परम सत्कारयोग सतगुरां दी सजी और नवाजी हुई साध संगत जीओ, आप माई भाई काफ़ी समय तो लै करके गुरमुख प्यारिਆਂ ਦੇ पासों रबी गुरबाणी दे जाप सरवण करदे आ रहे सी। आओ साहिबे कमाल माता गुजर कौर दे अखियां दे तारे गुरु तेग बहादुर महाराज जी दे पुत्र पुत्रां दे दानी नीले दे साह सवार आनंदपुर दे वासी पटने दे माही धन धन साहिब श्री गुरु गोबिंद सिंह महाराज जी दे जीवन दियां विचारां आपां सारे रल मिल के विचारदे आ रहे हैं। सो कई दिन दा नागा गुरबाणी गुर इतिहास दियां विचारां समागम सी पटियाले दे नेड़े पिंड हाजी माजरा नाल ही शेर माजरा। सो उत्थे समागम के उत्ते गए हुए सी। आओ बाकी रहिंदा समा गुर इतिहास दियां विचारां करिए। राजपूत राजियां नूं सिक्ख्या राजा जय सिंह सवाई ते दूजा राजा अजीत सिंह जो बहादुर शाह की मदद वास्ते आए हुए सन। उन्होंने जब अपने लश्कर विच गुरु जी की बहादुरी की शोभा सुनी तो आप जी के दर्शन करने वास्ते 2 घोड़े ते धन भेटा लैके हाजिर होए। उन्हां दे नाल उन्हां दे बहुत सारे सूरमे भी गुरु जी दे दर्शन करने वास्ते आए। जद राजे ने नमस्कार करके बैठ गए तो गुरु जी ने पूछया कि तुहाडे पास कितनी क फौज है। राज तुहाडा बहुत वड्डा है। राजिया ने दस्या गुरु जी जे सारे देश की फौज इकट्ठी की जाए तो 1.25 लाख घोड़ सवार ते 2.5 लाख पैदल चलने वाले ने। 1.25 लाख तो घोड़ सवार आ ते 2.5 लाख पैदल तुर के जाने वाले हैं। गुरु जी बोले तुहाडी फौज तो बहुत है, तुसी शास्त्रधारी ते सूरमे भी बड़े हो, पर एक गल तुहाडी बहुत माड़ी आ। जो तुसी कसाईयां दे हत्थ गऊआं दे दिंदे हो अते अपना धर्म नाश कर लेंदे हो। ये गल सुन के राजे बड़े हैरान हो के कहन लगे कि गुरु जी असी तो अपने देश विच कदी कोई कसाई रहन ही नहीं दिता। ये कोई सुनी सुनाई गल आप जी कर रहे हो।
ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਰਾਜਾ ਸਾਹਿਬ ਤੁਸੀਂ ਜੋ ਆਪਣੀਆਂ ਲੜਕੀਆਂ ਦੇ ਡੋਲੇ ਤੁਰਕਾਂ ਨੂੰ ਦੇ ਦਿੰਦੇ ਹੋ, ਇਸ ਗੱਲ ਤੋਂ ਉੱਪਰ ਹੋਰ ਕੀ ਕਸਾਈਪਣਾ ਹੋ ਸਕਦਾ। ਤੁਸੀਂ ਉੱਚੀਆਂ ਜਾਤੀਆਂ ਦੇ ਰਾਜਪੂਤ ਕਹਾਉਂਦੇ ਹੋ, ਪਰ ਇਹ ਖੋਟੀ ਰੀਤ ਤੁਸੀਂ ਬੰਦ ਨਹੀਂ ਕਰਦੇ। ਆਪ ਨੂੰ ਚਾਹੀਦਾ ਹੈ ਕਿ ਅੱਗੋਂ ਤੋਂ ਤੁਰਕਾਂ ਨੂੰ ਆਪਣੀਆਂ ਲੜਕੀਆਂ ਕਦੀ ਨਾ ਦਿਓ, ਉਹਨਾਂ ਦੇ ਨਾਲ ਕਦੀ ਨਾ ਵਿਆਹ ਕਰੋ। ਗੁਰੂ ਜੀ ਦੀ ਇਹ ਗੱਲ ਸੁਣ ਕੇ ਰਾਜਿਆਂ ਨੇ ਵਿਚਾਰ ਕਰਕੇ ਆਖਿਆ, ਗੁਰੂ ਜੀ ਆਪ ਜੀ ਇਹ ਗੱਲ ਬਹੁਤ ਠੀਕ ਕਹਿੰਦੇ ਹੋ। ਇਸ ਤਰ੍ਹਾਂ ਤੁਰਕਾਂ ਨੂੰ ਲੜਕੀਆਂ ਦੇਣੀਆਂ ਵੀ ਚੰਗੀਆਂ ਨਹੀਂ ਹਨ। ਇਸ ਤਰ੍ਹਾਂ ਤੁਰਕਾਂ ਨੂੰ ਲੜਕੀਆਂ ਦੇਣ ਨਾਲੋਂ ਸਾਡੀ ਸਾਰੇ ਦੇਸ਼ ਵਿਦੇਸ਼ਾਂ ਵਿੱਚ ਅਪਕਿਰਤੀ ਹੁੰਦੀ ਹੈ, ਭਾਵ ਕਿ ਨਿੰਦਿਆ ਹੁੰਦੀ ਆ, ਤੇ ਧਰਮ ਦੀ ਹਾਨੀ ਹੁੰਦੀ ਆ। ਇਸ ਕਰਕੇ ਅਸੀਂ ਅੱਜ ਤੋਂ ਆਪ ਜੀ ਦੇ ਹਜ਼ੂਰ ਸਹੁੰ ਖਾਂਦੇ ਹਾਂ ਕਿ ਜਿਹੜਾ ਰਾਜਪੂਤ ਆਪਣੇ ਪਿਤਾ ਦਾ ਪੁੱਤਰ ਹੋਵੇਗਾ ਉਹ ਕਦੇ ਵੀ ਆਪਣੀ ਲੜਕੀ ਤੁਰਕਾਂ ਨੂੰ ਨਹੀਂ ਦੇਵੇਗਾ। ਆਖੋ ਸਤਨਾਮ। ਗੁਰੂ ਜੀਓ, ਆਪ ਜੀ ਦੇ ਪਿਤਾਮਾ ਭਾਵ ਕੇ ਦਾਦਾ ਜੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੂਜਸ ਅੱਜ ਤੱਕ ਹੋ ਰਿਹਾ ਹੈ, ਜਿਨ੍ਹਾਂ ਨੇ ਸਾਡੇ ਵਰਗੇ 52 ਰਾਜਾ, ਸਾਡੇ ਵਰਗੇ 52 ਰਾਜਪੂਤ ਰਾਜਿਆਂ ਨੂੰ ਜਹਾਂਗੀਰ ਦੀ ਕੈਦ ਵਿੱਚੋਂ, ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾਇਆ ਸੀ। ਤੁਸੀਂ ਵੀ ਉਹਨਾਂ ਦੇ ਹੀ ਪੋਤਰੇ ਹੋ ਜੋ ਜੰਗ ਵਿੱਚ ਬੜੀ ਸੂਰਮਤਾਈ ਨਾਲ ਬੈਰੀਆਂ ਨੂੰ ਨਾਸ ਕਰ ਦਿੰਦੇ ਹੋ। ਅਸੀਂ ਤੁਹਾਡੇ ਬੜੇ ਰਿਣੀ ਹਾਂ, ਅਸੀਂ ਤੁਹਾਡੇ ਬੜੇ ਰਿਣੀ ਹਾਂ। ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਇੱਕ ਢਾਲ ਤੇ ਤਲਵਾਰ ਰਾਜਾ ਜੈ ਸਿੰਘ ਨੂੰ ਦਿੱਤੀ ਅਤੇ ਇੱਕ ਤੀਰ ਅਤੇ ਧੁਨਖ ਰਾਜਾ ਅਜੀਤ ਸਿੰਘ ਨੂੰ ਦਿੱਤਾ। ਦੋਵੇਂ ਰਾਜੇ ਗੁਰੂ ਜੀ ਤੋਂ ਬਖਸ਼ਿਸ਼ ਲੈ ਕੇ ਬਹੁਤ ਆਨੰਦ ਪ੍ਰਾਪਤ ਹੋਏ ਅਤੇ ਨਮਸਕਾਰ ਕਰਕੇ ਖੁਸ਼ੀ ਖੁਸ਼ੀ ਆਪਣੇ ਡੇਰਿਆਂ ਨੂੰ ਚਲੇ ਗਏ। ਸਤਿਗੁਰੂ ਜੀ ਦੇ ਰੋਜ਼ ਦੀਵਾਨ ਲੱਗਦੇ ਅਤੇ ਬਹੁਤ ਸੰਗਤ ਦਰਸ਼ਨ ਕਰਨ ਵਾਸਤੇ ਆਪ ਜੀ ਦਾ ਜਸ ਗਾਇਨ ਕਰਦੀਆਂ। ਬਹਾਦਰ ਸ਼ਾਹ ਨੂੰ ਸਿੱਖਿਆ, ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ, ਜਿਹਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥੀਂ ਆਪ ਮੁਕਟ ਲਾਇਆ ਤੇ ਬਾਦਸ਼ਾਹੀ ਦਿੱਲੀ ਦੀ ਬਾਦਸ਼ਾਹੀ ਬਖਸ਼ੀ। ਇੱਕ ਪਾਸੇ ਉਹ ਔਰੰਗਜ਼ੇਬ ਬਹਾਦਰ ਸ਼ਾਹ ਦਾ ਪਿਤਾ, ਜਿਹੜਾ ਗੁਰੂ ਕੇ ਲਾਲਾਂ ਨੂੰ ਜਿਉਂਦਿਆਂ ਨੀਹਾਂ ਦੇ ਵਿੱਚ ਸੂਬੇ ਸਰਹੰਦੋਣਾ ਤੋਂ ਚਿਣਵਾਇਆ। ਦੂਸਰੇ ਪਾਸੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਦਿੱਲੀ ਦਾ ਬਾਦਸ਼ਾਹ ਬਣਾਇਆ। ਜੇ ਮਹਾਰਾਜ ਜੀ ਨਾ ਕਿਰਪਾ ਕਰਦੇ, ਨਾ ਮਦਦ ਕਰਦੇ, ਤੇ ਦਿੱਲੀ ਦਾ ਬਾਦਸ਼ਾਹ ਨਹੀਂ ਸੀ ਬਣਨਾ ਬਹਾਦਰ ਸ਼ਾਹ ਨੇ। ਬਹਾਦਰ ਸ਼ਾਹ ਨੂੰ
ਸਿੱਖਿਆ। ਇੱਕ ਦਿਨ ਬਹਾਦਰ ਸ਼ਾਹ ਨੇ ਗੁਰੂ ਜੀ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਸਾਡੇ ਮਤ ਵਿੱਚ ਜਿਹੜਾ ਪ੍ਰੇਮ ਨਾਲ ਕਲਮਾ ਪੜ੍ਹ ਲਵੇ ਉਹ ਕਦੀ ਦੋਜ਼ਖ ਵਿੱਚ ਨਹੀਂ ਪੈਂਦਾ, ਭਾਵ ਕਿ ਨਰਕਾਂ ਦੇ ਵਿੱਚ ਨਹੀਂ ਪੈਂਦਾ। ਉਹ ਬਹਿਸ਼ਤ ਦੇ ਸੁੱਖ ਭੋਗਦਾ ਹੈ। ਗੁਰੂ ਜੀ ਨੇ ਕਿਹਾ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਜੈਸੇ ਕਰਮ ਹੋਣ ਵੈਸੇ ਹੀ ਨਰਕ ਸੁਰਗ ਦੇ ਦੁੱਖ ਸੁੱਖ ਮਿਲਦੇ ਹਨ। ਜਿਹੜਾ ਕਲਮਾ ਪੜ੍ਹ ਕੇ ਖੋਟੇ ਕਰਮ ਕਰੇ ਉਸ ਨੂੰ ਨਰਕਾਂ ਦੇ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲਦਾ। ਮੰਨ ਲਓ ਗੱਲ, ਸੁਣੋ ਧਿਆਨ ਦੇ ਨਾਲ। ਮੰਨ ਲਓ ਗੱਲ ਵੀ ਆਪਾਂ ਗੁਰਬਾਣੀ ਵੀ ਪੜ੍ਹਦੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਿਆ ਹੋਇਆ, 5 ਕਕਾਰ ਵੀ ਪਹਿਨੇ ਹੋਏ ਨੇ। ਜੇ ਕੰਮ ਸਾਡੇ ਉਹੀ ਮਨਮੁਖਾਂ ਵਾਲੇ ਨੇ ਨਾ, ਸਾਡੇ ਕੰਮ ਉਹੀ ਮਨਮੁਖਾਂ ਵਾਲੇ ਨੇ ਤਾਂ ਮਾਫ ਕਰ ਦਿਓ, ਨਰਕਾਂ ਦੇ ਵਿੱਚ ਸਾਨੂੰ ਵੀ ਜਾਣਾ ਪੈਣਾ। ਆਖੋ ਸਤਨਾਮ। ਖੰਡੇ ਬਾਟੇ ਦਾ ਅੰਮ੍ਰਿਤ ਕੀ ਆ? ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣਾ, ਅੱਗੇ ਫਿਰ ਦਾਖਲਾ ਲੈ ਕੇ ਪੜ੍ਹਾਈ, ਮਿਹਨਤ, ਡਿਗਰੀ ਕਰਨੀ, ਤਾਂ ਫਿਰ ਅੱਗੇ ਬਾਕੀ ਨੇ ਨਾ। ਕੀ ਕਹਿਣਗੇ ਅੰਮ੍ਰਿਤ ਛਕ ਕੇ ਲਓ ਜੀ ਬਾ ਕੰਮ ਨਿਬੜ ਗਿਆ, ਗੁਰੂ ਵਾਲੇ ਬਣ ਗਏ ਆ। ਫਿਰ ਅੱਗੇ ਜਿਹੜੇ ਗੱਲਾਂ ਗੁਰੂ ਕਹਿੰਦਾ ਉਹ ਕੌਣ ਮੰਨੇਗਾ ਭਾਈ? ਜੋ ਗੁਰੂ ਜੀ ਦੇ ਕਾਨੂੰਨ ਕਾਇਦੇ ਨੇ, ਮਾਨ ਮਰਿਆਦਾ ਨੇ, ਉਹਨਾਂ ਉੱਤੇ ਕੌਣ ਚੱਲੇਗਾ? ਇਕੱਲੇ ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਨਹੀਂ ਗੱਲ ਬਣਦੀ। ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਤਾਂ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਹੈ। ਆਖੋ ਸਤਨਾਮ। ਜੇ ਐਸੇ ਕਰਮ ਕਰਾਂਗੇ ਫਿਰ ਆਪਾਂ ਨੂੰ ਵੀ ਨਰਕਾਂ ਦੇ ਵਿੱਚ ਜਗ੍ਹਾ ਮਿਲੇਗੀ। ਮਹਾਰਾਜ ਜੀ ਕਹਿੰਦੇ ਜੇ ਕਰਮਾਂ ਪੜ੍ਹ ਕੇ ਵੀ, ਬਹਾਦਰ ਸ਼ਾਹ ਨੂੰ ਕਹਿੰਦੇ ਜੇ ਕਲਮਾ ਪੜ੍ਹ ਕੇ ਵੀ ਮਾੜੇ ਕਰਮ, ਖੋਟੇ ਕਰਮ ਕਰੋਗੇ ਤਾਂ ਨਰਕਾਂ ਦੇ ਵਿੱਚ ਜਗ੍ਹਾ ਮਿਲੇਗੀ। ਤਾਂ ਗੁਰਮੁਖ ਪਿਆਰਿਓ, ਬਹਾਦਰ ਸ਼ਾਹ ਨੇ ਕਿਹਾ ਸਾਡੇ ਮਤ ਵਿੱਚ ਕਲਮਾਂ ਪੜ੍ਹੀਆਂ ਹੋਈਆਂ ਸਾਡਾ ਉਧਾਰ ਕਰਦਾ ਹੈ। ਇਹ ਸਾਡਾ ਦ੍ਰਿੜ ਨਿਸ਼ਚਾ ਹੈ, ਵਿਸ਼ਵਾਸ ਹੈ। ਬਹਾਦਰ ਸ਼ਾਹ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਤੁਸੀਂ ਆਪਣੇ ਆਦਮੀ ਨੂੰ 1 ਰੁਪਈਆ ਜਿਸ ਉੱਪਰ ਕਲਮੇ ਲਿਖਿਆ ਹੋਵੇ ਦੇ ਕੇ ਬਾਜ਼ਾਰ ਭੇਜ ਕੇ ਉਹਦਾ ਭਾਨ ਮੰਗਾਓ, ਟੁੱਟੇ ਹੋਏ ਮੰਗਾਓ, ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆ ਜਾਵੇਗੀ। ਬਹਾਦਰ ਸ਼ਾਹ ਨੇ ਆਪਣੇ ਖਜ਼ਾਨੇ ਵਿੱਚੋਂ ਕਲਮੇ ਵਾਲਾ ਰੁਪਈਆ ਦੇ ਕੇ ਇੱਕ ਆਦਮੀ ਨੂੰ ਬਾਜ਼ਾਰ ਭਾਨ ਲੈਣ ਵਾਸਤੇ ਭੇਜ ਦਿੱਤਾ। ਤਾਂ ਗੁਰਮੁਖ ਪਿਆਰਿਓ, ਸਰਾਪ ਨੇ ਰੁਪਈਆ ਵੇਖ ਕੇ ਕਿਹਾ ਇਹ ਖੋਟਾ ਹੈ, ਇਹਦਾ ਭਾਨ ਨਹੀਂ ਮਿਲ ਸਕਦਾ। ਉਸ ਆਦਮੀ ਨੇ ਜਦ ਇਹ ਗੱਲ ਬਹਾਦਰ ਸ਼ਾਹ ਨੂੰ ਦੱਸੀ ਕਿ ਇਸ ਨੂੰ ਕੋਈ ਵੀ ਦੁਕਾਨਦਾਰ ਨਹੀਂ ਲੈਂਦਾ, ਕਹਿੰਦੇ ਹਨ ਇਹ ਤਾਂ ਖੋਟਾ ਹੈ। ਗੁਰੂ ਜੀ ਨੇ ਕਿਹਾ ਐ ਬਹਾਦਰ ਸ਼ਾਹ, ਜਿਨ੍ਹਾਂ ਦੇ ਮਤ ਵਿੱਚ ਇਹ ਨਿਸ਼ਚਾ ਹੈ ਕਿ ਕਲਮਾ ਪੜ੍ਹਨ ਨਾਲ ਬਹਿਸ਼ਤ ਮਿਲਦਾ ਹੈ, ਉਹਨਾਂ ਦਾ ਹੀ ਰਾਜ ਤੇ ਹੁਕਮ ਹੈ। ਪਰ ਇਸ ਰੁਪਏ ਨੂੰ ਜਿਸ ਉੱਤੇ ਕਲਮਾਂ ਲਿਖਿਆ ਹੋਈਆਂ ਹਨ, ਇਹਦੇ ਅੰਦਰਲੇ ਖੋਟ ਨੂੰ ਵੇਖ ਕੇ ਕਿਸੇ ਨੇ ਨਹੀਂ ਲਿਆ।
जे कलमे ने तुहाडे अपने राज विच तुहाडी सहायता नहीं कीती तां दरगाह विच जिथे भले बुरे दी विचार करन वाले कोई होर इलाही बंदे उत्थे आदमी दे नेक अमल ही सहाई हुंदे ने। होर जप तप कलमा सहाई नहीं हुंदा। ये दृष्टांत सुना के बहादुर शाह चुप हो गया अते गुरु जी दी महिमा करन लगा। गुरु जी उठ के अपने डेरे आ गए। गुरु जी दे तीर दा निशाना बहादुर शाह कदी आप मिलण वास्ते गुरु जी पास चलिया जांदा सी ते कदे गुरु जी अपने पास बुला लैंदे। दूर दूर तो नेक प्रकार दे आए हुए मेवे ते घोड़े ते बस्तर गुरु जी नूं बहुत प्रेम नाल भेटा करते रहंदे अते आप जी हर प्रकार की लोड़ का ध्यान रखते। एक दिन गुरु जी दे पास बहादुर शाह का एक उमराव आया। उसने कहा गुरु जी मैं सुनिया है कि तुहाडे वर्गा तीर होर कोई दूसरा आदमी नहीं चला सकता। बड़े बड़े तीरबाज तुहाडी सिफत करते हैं। कृपा करके मैनू अपने तीर का निशाना विखाओ। गुरु जी ने अपना धुनक बाण लैके उसनू कहा कहो निशाना कित्थे मारीए, दसो कहते निशाना कित्थे मारीए। उसने कहा ओ सामने दरख्त ते खोड़ विच भाव के दरख्त की खड्ड विच गुरु जी ने उपर थले 5 बाण चलाए जो पंजे ही खोड़ विच लगे। उमराव ने कहा गुरु जी तुसी धन हो, धन तुहाडी विद्या। दुश्मन भी तुहाडी इस विद्या की उपमा करते हैं। बहादुर शाह ने आख्या मैं भी गुरु जी दे तीर का निशाना वेखना चाहता हाँ। उसने अपना एक ही आदमी गुरु जी दे वल भेज के बेनती की कि कल सवेरे आपां दोवें इकट्ठे ही शिकार खेडण जावांगे। हुण गुरु जी दे सिंह ने शेर मारना। बहादुर शाह गुरु गोबिंद सिंह महाराज जी दे नाल चल पिया। दूसरे दिन गुरु जी बहादुर शाह दे नाल शिकार अते नेकां प्रकार दे जानवरां दा शिकार किया। अगे संघने बिरसां विचों एक बड़ा बड़ा शेर निकलिया। बहादुर शाह ने अपने शिकारी नूं कहा कि इस शेर नूं जिहड़ा ढाल ते तलवार नाल मारेगा मैं उसनूं बड़ा इनाम देवांगा। जदों एक पठान बुलंद खां ने ढाल तलवार फड़ के शेर नूं जाके बंगारिया, जिसनूं शेर ने झपटा मार के तुरंत ही मार दिता। एडा तकड़ा खतरनाक शेर उन्हें झपटा मार के तुरंत ही शेर ने मार दिता। एक होर सूरमा गुस्सा खा के जद इस तरह दो उमराव बहादुर शाह दे दो बंदे
मर गए तां शेर दे सामने होण वास्ते होर कोई अगे ना वधे। आखो सतनाम। फिर गुरु जी ने अपने जोधे रोशन सिंह वल वेख्या। रोशन सिंह जोधे वल वेख्या। रोशन सिंह ढाल तलवार लैके गुरु जी नूं मत्था टेक के शेर वल हल्ला करके गया तां शेर सलांग मार के रोशन सिंह ते आ पिया। रोशन सिंह ने उसनूं अपनी ढाल उत्ते रोक के तलवार नाल ओदा ढिड पाड़ के शेर नूं धरती दे उत्ते लटा दिता। खुद सतनाम। ये वेख के बहादुर शाह बड़ा खुश होया। खुश हो के जद इनाम देन लगा तां रोशन सिंह ने आख्या गुरु जी ने अपनी ताकत दे के मेरे पासों ये शेर मरवाया है। ये उन्हां तो असां सब रिद्धियां सिद्धियां पाईयां हुईयां हन। ये लोक प्रलोक विच सानू उन्हां दा प्रवासा है। रोशन सिंह दा उत्तर सुन के सब ने उसकी बहादुरी की वडियाई की। बहादुर शाह ने अपने इकरार तो फिरना, अपने वादे तो फिरना, जिहड़ा महाराज जी ने मुगट लाउण तो पहला, राज दबाउण तो पहला वादा किया सी। बहादुर शाह ने वादा किया सी जिहड़े तुहाडे साहिबजादियां नूं बाबा फतेह सिंह ते बाबा जोरावर सिंह नूं नीहां दे विच जिउंदे चिणिया, बहादुर शाह कहंदा उन्हां नूं मैं कल्ले कल्ले नूं दंड देआंगा। ये इकरार गुरु गोबिंद सिंह महाराज जी दे नाल कीता सी। बहादुर शाह ने हुण अपने करार तो फिर जाना। एक दिन भाई नंद लाल जी गुरु जी दे दर्शन करन वास्ते आया। गुरु जी ने आख्या नंद लाल जी तुसी हाकम राय नाल मिल के बहादुर शाह नूं आखो कि हुण साडा वादा इकरार पूरा करो। भाई नंद लाल जी ने हुक्म, भाई नंद लाल जी ने हाकम राय नूं नाल लैके जद बहादुर शाह नूं गुरु जी दा इकरार पूरा करने वास्ते आख्या तां दूजे दिन बहादुर शाह ने अपने दरबार ला के गुरु जी नूं सद के बेनती की कि हुक्म करो आप की चाहुंदे हो। गुरु जी ने कहा जिन्ना जिन्ना सूबे आदक ने साडे सिखां उत्ते जुल्म कीते हन अते निर्दोष साहिबजादे कतल करवाए हन उन्हां नूं साडे हवाले कर दिओ। उन्हां नूं साडे हवाले कर दिओ। महाराज जी कहंदे उन्हां नूं जोग दंड देंगे। बहादुर शाह ने अपने सलाहकारां मंत्रियों नूं पुछ के कहा गुरु जी मैं तुहाडा बहुत एहसानमंद हाँ, तुसी मेरी मदद करके मैनू दिल्ली दा तख्त दवाया है ते मैनू बादशाह बनाया है। पर जे मैं हुण इन्हां गुनाही लोकां नूं फड़ के तुहाडे हवाले कर दिता, इन्हां फतवे देण वाले सारे काजी मूला ते हुक्म देण वाले सूबियां दे मददगार सब कहंदा बिगड़ जाणगे। ये सब बिगड़ जाणगे। मेरा अजे नवा नवा राज प्रबंध है, मुल्क विच गदर मच जाएगा जो मेरे पासों समेटिया नहीं जाएगा। इस करके तुसी कृपा करके एक बार होर ठहर जाओ, फिर जिस तरह आखोगे मैं तुहाडे सारे दोषियों नूं फड़ के
ਦੋਸ਼ੀਆਂ ਨੂੰ ਫੜਾ ਦਿਆਂਗਾ। ਗੁਰੂ ਜੀ ਨੇ ਕਿਹਾ, ਬਾਦਸ਼ਾਹ ਜੇ ਤੂੰ ਹੁਣ ਆਪਣਾ ਇਕਰਾਰ ਪੂਰਾ ਨਹੀਂ ਕਰ ਸਕਦਾ ਤਾਂ ਫਿਰ ਅਸੀਂ ਆਪਣਾ ਇੱਕ ਸਿੱਖ ਪੰਜਾਬ ਭੇਜਾਂਗੇ। ਦੇਖ ਲਾ, ਫਿਰ ਅਸੀਂ ਆਪਣਾ ਇੱਕ ਸਿੱਖ, ਇੱਕ ਸਿੰਘ ਪੰਜਾਬ ਭੇਜਾਂਗੇ ਜੋ ਸਾਰੇ ਜ਼ਾਲਮਾਂ ਨੂੰ ਡੰਡ ਦੇਗਾ, ਸਰਹੱਦ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ ਤੇ ਜਰਵਾਣਿਆਂ ਦੀ ਚੰਗੀ ਤਰ੍ਹਾਂ ਖਬਰ ਲਵੇਗਾ। ਇਹ ਬਚਨ ਕਰਕੇ ਗੁਰੂ ਜੀ ਉੱਠ ਕੇ ਆਪਣੇ ਡੇਰੇ ਆ ਗਏ। ਇਹ ਗੱਲ ਆ ਹਜ਼ੂਰ ਸਾਹਿਬ ਦੀ। ਦੱਖਣ ਦੇਸ਼ ਪਿੱਛੋਂ ਬਾਦਸ਼ਾਹ ਨੇ ਮੰਤਰੀਆਂ ਨੂੰ ਪੁੱਛਿਆ, ਗੁਰੂ ਜੀ ਨਾਰਾਜ਼ ਹੋ ਗਏ ਹਨ, ਕੀ ਗੱਲ ਕੀਤੀ ਜਾਵੇ? ਮੰਤਰੀ ਨੇ ਕਿਹਾ, ਬਾਦਸ਼ਾਹ ਸਲਾਮਤ, ਤੁਸੀਂ ਕੋਈ ਚਿੰਤਾ ਨਾ ਕਰੋ, ਤੁਸੀਂ ਮੁਲਕ ਦੇ ਬਾਦਸ਼ਾਹ ਹੋ, ਤੁਹਾਡੀ ਤਾਕਤ ਹੈ। ਗੁਰੂ ਜੀ ਗੁੱਸੇ ਵਿੱਚ ਹੀ ਗੱਲਾਂ ਕਰ ਗਏ ਹਨ, ਤੁਹਾਡਾ ਵਿਗਾੜ ਕੁਝ ਨਹੀਂ ਸਕਦੇ। ਇਹ ਗੱਲ ਸੁਣ ਕੇ ਬਹਾਦਰ ਸ਼ਾਹ ਚੁੱਪ ਕਰ ਗਿਆ, ਹੋਰ ਕੰਮਾਂ ਵਿੱਚ ਲੱਗ ਗਿਆ। ਜਦੋਂ ਕਦੋਂ ਮਰਵਾਉਂਦੇ ਨਾ ਬੰਦੇ ਨੂੰ, ਨਾਲ ਦੀ ਮਰਵਾਉਂਦੇ ਆ। ਜਦੋਂ ਕਦੋਂ ਮਰਵਾਉਂਦੇ ਆ ਬੰਦੇ ਨੂੰ, ਮਾੜੇ ਸਲਾਹਕਾਰ ਮਰਵਾਉਂਦੇ ਆ। ਮਾੜਾ ਸਲਾਹਕਾਰ ਘਰ 'ਚ ਹੋਵੇ, ਕਦੇ ਘਰ ਚੜ੍ਹਦੀ ਕਲਾ 'ਚ ਨਹੀਂ ਹੋ ਸਕਦਾ। ਮਾੜਾ ਸਲਾਹਕਾਰ ਕਿਸੇ ਧਾਰਮਿਕ ਸਥਾਨ 'ਤੇ ਹੋਵੇ, ਗੁਰੂ ਘਰ ਦੇ ਵਿੱਚ ਹੋਵੇ, ਗੁਰੂ ਘਰ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਤਾਂ ਗੁਰਮੁਖ ਪਿਆਰੇ, ਇਹਦਾ ਹੁਣ ਸਲਾਹਕਾਰ ਮਾੜੀ ਸਲਾਹ ਦਿੱਤੀ ਇਹਨਾਂ ਨੇ। ਜਦੋਂ ਮਾੜੀ ਸਲਾਹ ਦਿੱਤੀ, ਕਹਿੰਦੇ ਚੁੱਪ ਕਰ ਜਾਓ, ਗੁਰੂ ਜੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਪਿੱਛੇ ਲੱਗ ਗਿਆ, ਚੁੱਪ ਕਰ ਗਿਆ। ਇਸ ਕਰਕੇ ਗੁਰਮੁਖ ਪਿਆਰਿਓ, ਸਲਾਹਕਾਰ ਵੀ ਕਹਿੰਦੇ ਵਧੀਆ ਹੋਣਾ ਚਾਹੀਦਾ, ਜਿਹਦੀ ਸਲਾਹ ਵਧੀਆ ਹੋਵੇ। ਹੁਣ ਅਸੀਂ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਬਣਾਇਆ ਹੋਇਆ, ਸਾਰੇ ਸਾਧੂ ਮਹਾਂਪੁਰਸ਼ਾਂ ਵੱਲੋਂ, ਆਪ ਜੀ ਨੂੰ ਸਭ ਨੂੰ ਪਤੀ ਆ, ਦਾਸ ਨੂੰ ਸੇਵਾ ਸੌਂਪੀ ਹੋਈ ਆ। ਮੈਂ ਆਪਣਾ ਸਲਾਹਕਾਰ ਐਸਾ ਰੱਖਿਆ ਕਿ ਇੱਕ ਇੱਕ ਗੱਲ ਤੋਲ ਕੇ ਐਨ ਪੂਰੀ ਸੋਚ ਕੇ ਵਿਚਾਰ ਕੇ ਉਹਨੇ ਫਿਰ ਅੱਗੇ ਸਲਾਹ ਦੇਣੀ ਹੁੰਦੀ ਵੀ ਆਹ ਕੰਮ ਠੀਕ ਹੈ, ਆ ਕਰਨਾ, ਆ ਨਹੀਂ ਕਰਨਾ, ਆਪਣੇ ਵਾਸਤੇ ਠੀਕ ਨਹੀਂ ਹੈ ਤੇ ਆਪਣੇ ਵਾਸਤੇ ਠੀਕ ਆ। ਫਿਰ ਗੁਰਮੁਖ ਪਿਆਰੇ, ਜਿਹੜਾ ਸਲਾਹਕਾਰ ਚੰਗਾ ਹੁੰਦਾ ਨਾ, ਉਹਨੇ ਫਿਰ ਚੰਗੀਆਂ ਸਲਾਹਾਂ ਕਰਨੀਆਂ ਨੇ, ਉਹਨੇ ਚੰਗੀਆਂ ਵਿਚਾਰਾਂ ਕਰਨੀਆਂ ਹੁੰਦੀਆਂ ਨੇ। ਹੁਣ ਇਹਦੇ ਸਲਾਹਕਾਰ ਮਾੜੇ ਨੇ, ਇਹਨੂੰ ਹੁਣ ਸਲਾਹਕਾਰਾਂ ਨਹੀਂ ਫਸਾ ਦਿੱਤਾ। ਕੋ ਸਤਨਾਮ। ਅੱਗੇ ਆਗਰੇ ਤੋਂ ਦੱਖਣ ਨੂੰ ਤੁਰਨਾ, ਜਦ ਬਰਸਾਤ ਦਾ ਚਸ਼ਮਾ ਲੰਘ ਗਿਆ ਤਾਂ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਂ ਰਾਜਪੂਤ ਰਾਜਿਆਂ ਤੋਂ ਆਪਣੀ ਈਨ ਮਨਾਉਣ ਵਾਸਤੇ ਜਾ ਰਿਹਾ ਹਾਂ, ਆਪ ਵੀ ਕਿਰਪਾ ਕਰਕੇ ਮੇਰੇ ਨਾਲ ਚੱਲੋ ਅਤੇ ਦੇਸਾਂ ਵਿਦੇਸਾਂ ਦੀ ਸੈਰ ਕਰੋ। ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਆਪ ਅੱਗੇ ਚਲੋ, ਅਸੀਂ ਵੀ ਪਿੱਛੇ ਆਣ ਮਿਲਾਂਗੇ। ਸਤਿਗੁਰੂ ਜੀ ਦਾ ਉੱਤਰ ਸੁਣ ਕੇ ਬਹਾਦਰ ਸ਼ਾਹ ਆਪਣੀ ਫੌਜ ਦੀ ਤਿਆਰੀ ਕਰਕੇ ਉਦੈਪੁਰ ਵੱਲ ਤੁਰ ਪਿਆ। ਬਹਾਦਰ ਸ਼ਾਹ ਦੀ ਚੜ੍ਹਾਈ ਦੇਖ ਕੇ ਰਾਜਪੂਤ ਬਹੁਤ ਡਰ ਗਏ ਅਤੇ ਉਸ ਨੂੰ ਅੱਗੋਂ ਨਜ਼ਰਾਨੇ ਲੈ ਕੇ ਮਿਲਣ ਵਾਸਤੇ ਤਿਆਰੀ ਕਰਨ ਲੱਗੇ। ਇੱਧਰ ਸਤਿਗੁਰੂ ਜੀ ਨੇ ਤੁਰਨ ਤੋਂ ਪਹਿਲਾਂ ਦੁਸਹਿਰੇ ਦਾ ਦਿਨ ਨੇੜੇ ਜਾਣ ਕੇ ਆਪਣੇ ਸਾਰੇ ਸ਼ਾਸਤਰਾਂ ਦੀ ਸਾਂਭ ਸੰਭਾਲ ਕਰਕੇ ਉਹਨਾਂ ਦੀ ਧੂਪ ਬੱਤੀ ਕੀਤੀ, ਆਦ ਪੂਜਾ ਕੀਤੀ ਅਤੇ ਫਿਰ ਇਸ ਖੁਸ਼ੀ ਵਿੱਚ ਉਹਨਾਂ ਕੜਾਹ ਪ੍ਰਸਾਦ ਪੂਰੀ ਦੇ
ਖੁੱਲੇ ਗੱਫੇ ਖਾਲਸੇ ਨੂੰ ਵਰਤਾਏ। ਕੜਾਹ ਤੇ ਪੂਰੀ ਦੇ ਖੁੱਲੇ ਗੱਫੇ ਖਾਲਸੇ ਨੂੰ ਵਰਤਾਏ। ਖਾਲਸਾ ਜੀ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡ ਕੇ ਉਹਨਾਂ ਦਾ ਸਤਿਕਾਰ ਕੀਤਾ। ਔਰ ਤ੍ਰੋਸਤੀ ਦੇ ਦਿਨ ਆਪ ਜੀ ਨੇ ਸਿੰਘਾਂ ਨੂੰ ਅੱਗੇ ਤੁਰਨ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਸਭ ਨੇ ਆਪਣੇ ਸਾਤਰ ਵਸਤਰ ਸਜਾ ਕੇ ਤਿਆਰੀ ਕਰ ਲਈ। ਜਦ ਆਗਰੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਹ ਦਰਸ਼ਨ ਕਰਨ ਵਾਸਤੇ ਛੇਤੀ ਆ ਗਈਆਂ। ਸੰਗਤਾਂ ਆਪੋ ਆਪਣੀ ਭੇਟਾ ਲੈ ਕੇ ਗੁਰੂ ਜੀ ਨੂੰ ਮਿਲ ਕੇ ਨਮਸਕਾਰਾਂ ਕੀਤੀਆਂ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਨਿਹਾਲ ਨਿਹਾਲ ਹੋਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸੰਗਤ ਪਾਸੋਂ ਵਿਦਾ ਹੋ ਕੇ ਇੱਕ ਤਾਲ ਉੱਤੇ ਜਾ ਡੇਰਾ ਕੀਤਾ। ਸਿੰਘਾਂ ਦਾ ਸਾਰਾ ਦਲ ਆਪ ਜੀ ਦੇ ਨਾਲ ਰਾਤ ਇੱਥੇ ਵਿਸਰਾਮ ਕਰਕੇ ਗੁਰੂ ਜੀ ਨੇ ਗੁਰੂ ਜੀ 3-4 ਵੱਡੀਆਂ ਮੰਜ਼ਲਾਂ ਕਰਕੇ ਬਹਾਦਰ ਸ਼ਾਹ ਨੂੰ ਜਿੱਥੇ ਉਹਦਾ ਡੇਰਾ ਸੀ ਜਾ ਮਿਲੇ। ਬਹਾਦਰ ਸ਼ਾਹ ਨੇ ਜੈਨਪੁਰ ਦੀ ਰਾਜਧਾਨੀ ਅੰਦਰ ਜਾ ਘੇਰਾ ਪਾ ਕੇ ਉਹਨਾਂ ਪਾਸੋਂ ਆਪਣੀ ਈਨ ਬਣਾ ਕੇ ਅੱਗੇ ਜੋਧਪੁਰ ਜਾ ਡੇਰਾ ਲਾਇਆ। ਜੋਧਪੁਰ ਮਾਰਵਾੜ ਦਾ ਰਾਜ ਸੀ। ਅਜੀਤ ਸਿੰਘ ਵੀ ਬਹਾਦਰ ਸ਼ਾਹ ਨੂੰ ਨਜ਼ਰਾਨਾ ਲੈ ਕੇ ਅੱਗੋਂ ਹੀ ਮਿਲ ਪਿਆ। ਤਾਂ ਗੁਰਮੁਖ ਪਿਆਰਿਓ, ਫਿਰ ਬਹਾਦਰ ਸ਼ਾਹ ਨੇ ਜਦ ਚਿਤੌੜ ਵੱਲੋਂ ਚੜ੍ਹਾਈ ਕੀਤੀ ਤਾਂ ਸਾਰੇ ਦੇਸ਼ ਵਿੱਚ ਧਾਕ ਪੈ ਗਈ, ਜਿਸ ਕਰਕੇ ਸਾਰੇ ਰਾਣੀ ਤੇ ਰਾਜਪੂਤਿਆਂ ਨੇ ਆਪਣੇ ਦੂਤ ਭੇਜ ਕੇ ਬਾਦਸ਼ਾਹ ਦੀ ਈਨ ਮੰਨ ਲਈ ਤੇ ਨਜ਼ਰਾਨੇ ਭੇਟਾ ਕਰ ਦਿੱਤੇ। ਤਾਂ ਗੁਰਮੁਖ ਪਿਆਰਿਓ, ਚਿਤੌੜ ਗੜ੍ਹ ਵਿੱਚ ਸਿੰਘਾਂ ਦੀ ਲੜਾਈ। ਕੁਝ ਸਿੰਘ ਚਿਤੌੜ ਦਾ ਕਿਲਾ ਦੇਖਣ ਵਾਸਤੇ ਗਏ ਅਤੇ ਉੱਥੋਂ ਦੇ ਘਾਹ ਵੱਢ ਲਿਆ। ਕਿਲੇ ਦੇ ਰਾਖਿਆਂ ਨੇ ਸਿੰਘਾਂ ਨੂੰ ਇਹ ਗੱਲ ਤੋਂ ਰੋਕਿਆ, ਜਿਸ ਕਰਕੇ ਝਗੜਾ ਹੋ ਪਿਆ ਅਤੇ ਦੋਹਾਂ ਪਾਸਿਆਂ ਤੋਂ ਬੰਦੂਕਾਂ ਤੇ ਤੀਰ ਚੱਲਣ ਲੱਗ ਪਏ। ਰੌਲਾ ਸੁਣ ਕੇ ਬਹੁਤ ਸਾਰੇ ਰਾਜਪੂਤ ਇਕੱਠੇ ਹੋ ਕੇ ਸਿੰਘਾਂ ਦੇ ਉੱਤੇ ਆ ਪਏ। ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਆਪ ਜੀ ਨੇ ਭਾਈ ਮਾਨ ਸਿੰਘ ਨੂੰ ਭੇਜਿਆ ਕਿ ਦੋਹਾਂ ਪਾਸਿਆਂ ਨੂੰ ਸਮਝਾ ਕੇ ਲੜਾਈ ਬੰਦ ਕਰਾ ਦਿਓ। ਜਦ ਭਾਈ ਮਾਨ ਸਿੰਘ ਜੀ ਨੇ ਉੱਥੇ ਪਹੁੰਚ ਕੇ ਦੋਹਾਂ ਨੂੰ ਸਮਝਾਇਆ ਤੇ ਲੜਾਈ ਬੰਦ ਕਰਾ ਦਿੱਤੀ ਤਾਂ ਪਿੱਛੋਂ ਇੱਕ ਤੁਰਕ ਨੇ ਭਾਈ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਭਾਈ ਮਾਨ ਸਿੰਘ ਨੂੰ ਤੁਰਕਾਂ ਦੀ ਇਹ ਬੇਈਮਾਨੀ ਦੇਖ ਕੇ ਸਿੰਘਾਂ ਨੇ ਉਹਨਾਂ ਉੱਤੇ ਹੱਲਾ ਬੋਲ ਕੇ ਬਹੁਤ ਆਦਮੀ ਤੇ ਘੋੜੇ ਵੱਢ ਦਿੱਤੇ ਤੇ ਤੁਰਕ ਮੈਦਾਨ ਛੱਡ ਕੇ ਭੱਜ ਗਏ। ਜਦੋਂ ਗੁਰੂ ਜੀ ਨੂੰ ਭਾਈ ਮਾਨ ਸਿੰਘ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਆਪ ਜੀ ਬੜਾ ਗੁੱਸਾ ਪ੍ਰਗਟ ਕਰਕੇ ਫਰਮਾਇਆ ਕਿ ਮਾਨ ਸਿੰਘ ਵਿੱਚ ਅਨੇਕਾਂ ਗੁਣ ਸਨ, ਜਿਹੜਾ ਗੁਣ ਯਾਦ ਕਰਕੇ ਉਹਦਾ ਅਫਸੋਸ ਕਰੀਏ, ਐਸਾ ਸੂਰਮਾ ਮਿਲਣਾ ਬੜਾ ਮੁਸ਼ਕਲ ਹੈ। ਦੇਖ ਲਓ ਜਿਹਦਾ ਹੁਣ ਜਿਹੜੇ ਸਿੰਘ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੰਨਾ ਜਸ ਕਰਦੇ ਹੋਣ ਤੇ ਫਿਰ ਉਹ ਕਿੱਡਾ ਸੂਰਮਾ ਹੋਣਾ, ਕਿੱਡਾ ਗੁਣਵਾਨ ਹੋਣਾ। ਇਸ ਲੜਾਈ ਦੀ ਗੱਲ ਜਦ ਬਹਾਦਰ ਸ਼ਾਹ ਨੇ ਸੁਣੀ ਤਾਂ ਉਸਨੇ ਹੁਕਮ ਕੀਤਾ ਕਿ ਸਾਰੇ ਉਹਨਾਂ ਆਦਮੀਆਂ ਨੂੰ ਫੜ ਲਓ ਜਿਨ੍ਹਾਂ ਨੇ ਗੁਰੂ ਜੀ ਦੇ ਸਿੰਘਾਂ ਨਾਲ
लड़ाई करके उन्हां दा एक सूरमा सिंह शहीद कर दिता। बहादुर शाह दी सेना ने चढ़ के सारे दोषी फड़ के लै आंदे। इन्हां दोषियां नाल लैके बहादुर शाह गुरु जी दे पास आया, बेनती की कि ये आप जी दे गुनाहगार दोषी हैं, जिस तरह हुक्म करो इन्हां नूं दंड दिता जावे। गुरु जी ने सारी गल सुन के आख्या, इन्हां ने गलती तो बहुत की आ, पर हुण इन्हां नूं मारन नाल भाई मान सिंह वापस नहीं आउण लग्या। इन्हां नूं मारन दे नाल भाई मान सिंह वापस नहीं आ सकदा। इस वास्ते इन्हां नूं छड्ड दिओ, ये अपने कीते पाप कर्म दा फल आप ही भुगतणगे। ये हुक्म सुन के उन्हां दोषियां नूं उन्हां दोषियां ने गुरु जी का धन्नवाद किया ते बारंबार सलामां कीतियां। बहादुर शाह ने फिर गुरु जी नूं दीन हो के, ये आप जी की वडियाई है, आप जी ने दया करके सारे अपराधी बख्श दिते हैं। इस तरह रात बतीत करके दूसरे दिन बहादुर शाह कूच करके गुरमुख प्यारिओ अगे चलिया गया। आओ बाकी करांगे विचारा कल नूं गुरबाणी पढ़दे सुनदे कोलों एक नहीं तमाम ही गलतियां भुल्लां चुका हो जांदियां ने। संगतां सतगुरु जी बख्शनहार हन। अगों वास्ते सिर ते मेरा प्रयत रख के सुध सपट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए प्रलोक सहेले, नानक हर प्रभ आपे मिले। आओ आइया संगतां दा बहुत बहुत धन्नवाद जो लाइव टैलीकास्ट गुरबाणी यूट्यूब के उपर फेसबुक उपर संगतां वेख रही ने। देशां विदेशां दी संगतां उन्हां दा भी सारियां दा धन्नवाद। जो देखदियां सेवावां सरदार गुरचरण सिंह जी, सरदार गुरचरण सिंह जी इन्हां परिवार वालों अज देखदियां सेवावां हाजिर ने। आओ श्लोक दे विच बोल के अपनी रसम नूं करिए पवित्र। अरदास हुक्मनामा साहिब कड़ा प्रसादी दे गल्लां करके फिर आपो अपने कारो विहार करने आ। लोक सुखीए प्रलोक सहेले, नानक हर प्रभ आपे मिले। श्लोक पवन गुरु पाणी पिता, माता तरत महत, दिवस रात धोदाई दया, खिलै सगल जगत, चंगियाइयां बुरियाइयां, बाचै धर्म अधूर, करमी आपो अपनी, के नेड़े के दूर, जिनी नाम ते आया, गए मसकत काल, नानक ते मुखे उजले, केती छुटी नाल, जिनी नाम ते आया, गए मसकत काल,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ